सत श्री अकाल प्यारे दर्शकों, मान पंजाब ते यूट्यूब चैनल विच तुहाडा सारिਆਂ ਦਾ स्वागत है। ਅੱਜ ਅਸੀਂ ਤੁਹਾਡੇ ਸਾਹਮਣੇ ਪੰਜਾਬ ਦੇ ਮਹਾਨ ਸੂਫੀ ਸੰਤ ਸੂਫੀ ਕਵੀ ਬਾਬਾ ਫਰੀਦ ਜੀ ਬਾਰੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ। ਬਾਬਾ ਫਰੀਦ ਜੀ ਜਿਨ੍ਹਾਂ ਦਾ ਜਨਮ 1173 ਈਸਵੀ ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਦੇ ਵਿੱਚ ਪਿਤਾ ਸ਼ੇਖ ਜਮਾਲੁਦੀਨ ਸੁਲੇਮਾਨ ਤੇ ਮਾਤਾ ਮਰੀਮ ਦੀ ਕੁੱਖੋਂ ਹੋਇਆ। ਬਾਬਾ ਫਰੀਦ ਜੀ ਦਾ ਪੂਰਾ ਨਾਮ ਸ਼ੇਖ ਫਰੀਦੁਦੀਨ ਮਸਊਦ ਗੰਜੇ ਸ਼ਕਰ ਸੀ। ਸੋ ਆਪ ਸ਼ੁਰੂ ਤੋਂ ਹੀ ਇੱਕ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ। ਆਪ ਦੇ ਮਨ ਦੇ ਵਿੱਚ ਭਗਤੀ ਭਾਵਨਾ ਸ਼ੁਰੂ ਤੋਂ ਹੀ ਸੀ। ਸੋ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਆਪਨੇ ਬਹੁਤ ਸਾਰੀ ਤਪੱਸਿਆ ਕੀਤੀ, ਬਹੁਤ ਸਾਰੇ ਜਗ੍ਹਾ ਦੇ ਉੱਤੇ ਭ੍ਰਮਣ ਕੀਤਾ, ਘੁੰਮਦੇ ਰਹੇ, ਜੰਗਲਾਂ ਦੇ ਵਿੱਚ ਜਾ ਕੇ ਵੀ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਕਿ ਪਰਮਾਤਮਾ ਉੱਥੇ ਮਿਲ ਜਾਵੇ। ਪਰੰਤੂ ਬਾਅਦ ਦੇ ਵਿੱਚ ਆਪ ਆਪਣੇ ਮੁਰਸ਼ਦ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਦੇ ਸੰਪਰਕ ਵਿੱਚ ਆਏ, ਜਿਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪ ਨੂੰ ਰੂਹਾਨੀ ਗਿਆਨ ਪ੍ਰਾਪਤ ਹੋਣਾ ਸ਼ੁਰੂ ਹੋਇਆ। ਸੋ ਬਾਬਾ ਫਰੀਦ ਜੀ ਅਜਿਹੇ ਸੂਫੀ ਸੰਤ ਹੋਏ ਹਨ ਜਿਨ੍ਹਾਂ ਦੀ ਵਿਚਾਰਧਾਰਾ ਇੱਕ ਪਰਮਾਤਮਾ ਦਾ ਨਾਮ ਜਪਣ ਵਿੱਚ ਹੈ। ਬਾਬਾ ਫਰੀਦ ਜੀ ਦੇ ਇਹਨਾਂ ਵਿਚਾਰਧਾਰਾ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਬਾਣੀ ਸ਼ਾਮਿਲ ਹੈ। ਆਪ ਜੀ ਦੀ ਬਾਣੀ ਦੇ 4 ਸ਼ਬਦ 2 ਰਾਗ ਸੂਹੀ ਵਿੱਚ ਤੇ 2 ਰਾਗ ਆਸਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਸ ਤੋਂ ਇਲਾਵਾ 112 ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਨੇ। ਸੋ ਇੰਨਾ ਮਹਾਨ ਦਰਜਾ ਕਿਸੇ ਆਮ ਇਨਸਾਨ ਨੂੰ ਤਾਂ ਦਿੱਤਾ ਨਹੀਂ ਜਾ ਸਕਦਾ। ਸੋ ਇੱਥੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਬਾਬਾ ਫਰੀਦ ਜੀ ਕਿੰਨੇ ਉੱਚ ਕੋਟੀ ਦੇ ਸ਼ਖਸੀਅਤ ਦੇ ਮਾਲਕ ਹੋਣਗੇ। ਬਾਬਾ ਫਰੀਦ ਜੀ ਦੇ ਜੋ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਉਹਨਾਂ ਵਿੱਚੋਂ ਮੈਂ ਕੁਝ ਸ਼ਲੋਕ, ਕਿਉਂਕਿ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਬਾਬਾ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 112 ਸ਼ਲੋਕ ਨੇ। ਹੁਣ ਆਪਾਂ ਇੱਥੇ ਸਾਰੇ ਤਾਂ ਬਿਆਨ ਕਰ ਨਹੀਂ ਸਕਦੇ ਕਿਉਂਕਿ ਬਹੁਤ ਲੰਬਾ ਸਮਾਂ ਲੱਗ ਜਾਏਗਾ। ਸੋ ਆਓ ਆਪਾਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੀਏ, ਉਹਨਾਂ ਦੇ ਅਰਥ ਜਾਣੀਏ। ਤੁਹਾਡੇ ਸਾਹਮਣੇ ਪਹਿਲਾ ਸ਼ਲੋਕ ਪੇਸ਼ ਹੈ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। फरीदा जे तू अकल लतीफ, काले लिख ना लेख। अपनड़े गिरबान में सिर नीवा कर देख। सो व्याख्या भी मैं नाल ही कर रहा दी। बाबा फरीद जी कहते फरीदा जे तू अकल लतीफ, लतीफ का मतलब बड़ा ही सूक्ष्म बारीक। बाबा फरीद जी कहते कि हे मनुख, जे तू ऐनी ही बारीक बुद्धि वाला है, जेकर तू ऐना ही सूक्ष्म दिमाग वाला है, ਤਾਂ ਕਿਸੇ ਦੇ ਕੀਤੇ ਹੋਏ ਮਾੜੇ ਕੰਮਾਂ ਦੀ ਪੜਚੋਲ ਨਾ ਕਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। हे ਮਨੁੱਖ, ਜੇ ਤੂੰ ਇੰਨਾ ਹੀ ਬਰੀਕ ਬੁੱਧੀ ਵਾਲਾ ਹੈ ਤਾਂ ਕਿਸੇ ਦੇ ਕੀਤੇ ਹੋਏ ਮਾੜੇ ਕੰਮਾਂ ਦੀ ਪੜਚੋਲ ਨਾ ਕਰ। ਆਪਨੜੇ ਗਿਰਬਾਨ ਮੇ ਸਿਰ ਨੀਵਾ ਕਰ ਦੇਖ। ਤੂੰ ਦੂਸਰੇ ਦੇ ਕੀਤੇ ਹੋਏ ਮਾੜੇ ਕੰਮਾਂ ਦੀ ਪੜਚੋਲ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਤੇਰੇ ਵਿੱਚ ਕਿੰਨੇ ਕੁ ਔਗਣ ਹਨ। ਅਗਲਾ ਸ਼ਲੋਕ ਹੈ ਬਾਬਾ ਫਰੀਦ ਜੀ ਦਾ। फरीद जी कहते फरीदा जो तै मारन मुकियां, फरीदा जो तै मारन मुकियां, तिना ना मारे घुम। अपनड़े घर जाइए पैर तिना दे चुम। बहुत वधिया श्लोक बाबा फरीद जी ने पेश किया है। ध्यान दे नाल जरा इहदियां गहराइयां विच जाइओ, कले कले वर्ड का अर्थ देखियो जरा। कहते फरीदा जो तै मारन मुकियां। बाबा फरीद जी कहते कि हे मनुख, जे कोई तेनों मुक्कियां भी मारते हैं। कहन तो भाव की है, जो तै मारन मुक्कियां, हे मनुख जे कोई तेरा माड़ा सोचते हैं, तिना ना मारे घुम। तू पलट के उन्हां दा माड़ा ना सोच, तू पलट के उन्हां ते वार ना कर। जो तै मारन मुक्कियां, तिना ना मारे घुम। अपनड़े घर जाइए पैर तिना दे चुम।
ਬਾਬਾ ਫਰੀਦ ਜੀ ਦੇਖੋ ਕਿੰਨਾ ਵਧੀਆ ਨਿਰਮਾਨਤਾ ਭਰਿਆ ਨਿਮਰਤਾ ਵਾਲਾ ਜੀਵਨ ਬਤੀਤ ਕਰਨ ਦਾ ਸੰਦੇਸ਼ਾ ਦਿੰਦੇ ਹੋਏ ਕਹਿੰਦੇ ਨੇ ਕਿ ਹੇ ਮਨੁੱਖ, ਜੋ ਤੈਨੂੰ ਮਾੜਾ ਸੋਚਦੇ ਹਨ ਤੂੰ ਉਹਨਾਂ ਦਾ ਵੀ ਮਾੜਾ ਨਾ ਕਰ। ਆਪਣੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਤੂੰ ਇਹੋ ਜਿਹੇ ਮਨੁੱਖ ਜਿਹੜੇ ਕਿ ਤੇਰੇ ਮਾੜਾ ਸੋਚਦੇ ਨੇ, ਤੂੰ ਉਹਦੇ ਵੀ ਪੈਰ ਚੁੰਮ ਕੇ ਆਪਣੇ ਘਰ ਪਰਤ ਜਾ। ਕਹਿਣ ਤੋਂ ਭਾਵ ਕਿ ਹੇ ਮਨੁੱਖ, ਮਾੜਾ ਕਰਮ ਕਰਨ ਵਾਲਿਆਂ ਦਾ ਵੀ ਤੂੰ ਮਾੜਾ ਨਾ ਸੋਚ, ਬਲਕਿ ਉਹਨਾਂ ਦਾ ਵੀ ਤੂੰ ਚੰਗਾ ਹੀ ਸੋਚ। ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਇਹ ਵੀ ਬਹੁਤ ਹੀ ਵਧੀਆ ਸ਼ਲੋਕ ਹੈ, ਜਿਹੜਾ ਧਿਆਨ ਦੇ ਨਾਲ ਸੁਣਿਓ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਬਾਬਾ ਫਰੀਦ ਜੀ ਦੇ ਕੱਲੇ ਸ਼ਲੋਕਾਂ ਦੇ ਵਿੱਚ ਬਹੁਤ ਹੀ ਗਹਿਰਾਈ ਭਰੀ ਪਈ ਹੈ, ਜ਼ਿੰਦਗੀ ਦੀ ਅਸਲੀਅਤ ਨੂੰ ਪੇਸ਼ ਕੀਤਾ ਗਿਆ ਹੈ। ਅਗਲਾ ਸ਼ਲੋਕ ਦੇਖੋ ਕਿੰਨਾ ਵਧੀਆ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਤੋੜੇ। ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਤੋੜੇ। ਵਸੇ ਰੱਬ ਹਿਆਲੀਏ ਬਾਹਰ ਕਿਆ ਢੂੰਡੇ। ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ ਬਾਬਾ ਫਰੀਦ ਜੀ ਨੇ ਬਹੁਤ ਤਪੱਸਿਆ ਕੀਤੀ ਹੈ। 36 ਸਾਲ ਤੱਕ ਬਾਬਾ ਫਰੀਦ ਜੀ ਨੇ ਪਰਮਾਤਮਾ ਦਾ ਨਾਮ ਲਿਆ ਤੇ ਆਖਰ ਕਦੀ ਉਹ ਜੰਗਲਾਂ ਵਿੱਚ ਜਾਂਦੇ ਰਹੇ, ਕਦੀ ਕਿੱਥੇ ਬੈਠ ਕੇ ਤਪੱਸਿਆ ਕਰਦੇ ਰਹੇ, ਪਰੰਤੂ ਅੰਤ ਨਿਚੋੜ ਉਹਨਾਂ ਨੇ ਕੀ ਕੱਢਿਆ ਉਹ ਇਸ ਸ਼ਲੋਕ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੇਂ। ਕਹਿੰਦੇ ਹੇ ਮਨੁੱਖ, ਤੂੰ ਜੰਗਲਾਂ ਵਿੱਚ ਕਿਉਂ ਘੁੰਮ ਰਿਹਾ ਹੈ। ਭਵੇਂ ਮਤਲਬ ਕਿ ਘੁੰਮ ਰਿਹਾ ਹੈ। ਹੇ ਮਨੁੱਖ, ਤੂੰ ਜੰਗਲਾਂ ਵਿੱਚ ਕਿਉਂ ਘੁੰਮ ਰਿਹਾ ਹੈ। ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਤੋੜੇ। ਜੰਗਲਾਂ ਦੇ ਤੂੰ ਕੰਡਿਆਂ ਨੂੰ ਕਿਉਂ ਮਰੋੜ ਰਿਹਾ ਹੈ, ਕਿਉਂ ਤੋੜ ਰਿਹਾ ਹੈ। ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਤੋੜੇ। ਵਸੇ ਰੱਬ ਹਿਆਲੀਏ। ਪਰਮਾਤਮਾ ਤਾਂ ਤੇਰੇ ਹਿਆਲੇ ਵਿੱਚ, ਤੇਰੇ ਹਿਰਦੇ ਵਿੱਚ, ਤੇਰੇ ਦਿਲ ਦੇ ਵਿੱਚ ਵਸਦਾ ਹੈ। ਬਾਹਰ ਕਿਆ ਢੂੰਡੇ। ਤੇ ਫਿਰ ਤੂੰ ਜੰਗਲਾਂ ਵਿੱਚ ਜਾ ਕੇ ਕੀ ਲੱਭ ਰਿਹਾ ਹੈ। ਇਸ ਕਰਕੇ ਹੇ ਮਨੁੱਖ, ਜੇ ਤੂੰ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਕਿਉਂਕਿ ਪਰਮਾਤਮਾ ਜੰਗਲਾਂ ਵਿੱਚ ਨਹੀਂ, ਪਰਮਾਤਮਾ ਤਾਂ ਤੇਰੇ ਹਿਆਲੀਏ, ਤੇਰੇ ਦਿਲ ਦੇ ਵਿੱਚ, ਤੇਰੇ ਅੰਦਰ, ਤੇਰੇ ਮਨ ਦੇ ਵਿੱਚ ਵਸਦਾ ਹੈ। ਹਾਂਜੀ, ਅਗਲੇ ਸ਼ਲੋਕ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ, ਇਹਦੇ ਵਿੱਚ ਵੀ ਬਾਬਾ ਫਰੀਦ ਜੀ ਨੇ ਨਿਮਰਤਾ ਤੇ ਨਿਰਮਾਨਤਾ ਦਾ ਉਪਦੇਸ਼ ਦਿੱਤਾ ਹੈ ਤੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਪਰਮਾਤਮਾ ਦੇ ਨਾਮ ਦੀ ਮਿਠਾਸ ਹੈ ਜਿਹੜੀ ਉਹ ਸਭ ਤੋਂ ਉੱਪਰ ਹੈ, ਸਭ ਤੋਂ ਲਸਾਨੀ ਹੈ। ਉਹਦੇ ਨਾਮ ਦੀ ਮਿਠਾਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬਾਬਾ ਫਰੀਦ ਜੀ ਕਹਿੰਦੇ ਨੇ ਸ਼ੱਕਰ ਖੰਡ ਨਿਵਾਤ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਦੇਖੋ ਕਿੰਨਾ ਗਹਿਰਾਈ ਦੇ ਵਿੱਚ ਬਾਬਾ ਫਰੀਦ ਜੀ ਨੇ ਦੱਸਿਆ। ਕਹਿੰਦੇ ਸ਼ੱਕਰ ਖੰਡ ਨਿਵਾਤ, ਸ਼ੱਕਰ ਬਾਰੇ ਵੀ ਪਤਾ ਹੈ, ਖੰਡ ਬਾਰੇ ਵੀ ਪਤਾ ਹੈ, ਨਿਵਾਤ ਮਿਸ਼ਰੀ ਨੂੰ ਕਿਹਾ ਜਾਂਦਾ ਹੈ, ਗੁੜ ਦਾ ਵੀ ਤੁਹਾਨੂੰ ਪਤਾ ਹੋਏਗਾ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਮਾਖਿਓ ਸ਼ਹਿਦ ਨੂੰ ਕਿਹਾ ਜਾਂਦਾ ਹੈ, ਮਾਝੇ ਵਿੱਚ ਮਿਲਣ ਵਾਲਾ ਦੁੱਧ ਜਿਹੜਾ ਉਹ ਸ਼ਹਿਦ ਨਾਲੋਂ ਵੀ ਮਿੱਠਾ ਹੈ। ਸਭੇ ਵਸਤੂ ਮਿੱਠੀਆਂ, ਭਾਵੇਂ ਇਹ ਸਾਰੀਆਂ ਵਸਤੂਆਂ ਮਿੱਠੀਆਂ ਹਨ। ਕਿਹੜੀਆਂ ਕਿਹੜੀਆਂ? ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਸਭੇ ਵਸਤੂ ਮਿੱਠੀਆਂ, ਭਾਵੇਂ ਸਾਰੀਆਂ ਵਸਤੂਆਂ ਬਹੁਤ ਹੀ ਮਿੱਠੀਆਂ ਹਨ। ਰੱਬ ਨਾ ਪੁੱਜਣ ਤੁਧ, ਪਰੰਤੂ ਪਰਮਾਤਮਾ ਦੇ ਨਾਮ ਦੀ ਮਿਠਾਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਲਸਾਨੀ ਹੈ। ਇਹਨਾਂ ਚੀਜ਼ਾਂ ਦੇ ਸੰਸਾਰਿਕ ਪਦਾਰਥਾਂ ਦੇ ਭੋਗ ਦੇ ਨਾਲ, ਮਿਠਾਸ ਦੇ ਨਾਲ ਤੁਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਪਰਮਾਤਮਾ ਦੇ ਨਾਮ ਦੀ ਮਿਠਾਸ ਇਹਨਾਂ ਤੋਂ ਉੱਪਰ ਹੈ। ਪਰਮਾਤਮਾ ਦਾ ਨਾਮ ਲੈ ਕੇ ਹੀ ਤੁਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹੋ। ਲਓ ਜੀ, ਅਗਲਾ ਸ਼ਲੋਕ ਹੈ, ਫਰੀਦਾ ਰੋਟੀ ਮੇਰੀ ਕਾਠ ਦੀ। ਫਰੀਦਾ ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ। ਜਿੰਨਾ ਖਾਦੀ ਚੋਪੜੀ ਘਰੇ ਸਹਿਣਗੇ ਦੁੱਖ। ਇਹਦੇ ਵਿੱਚ ਵੀ ਦੇਖੋ ਬਹੁਤ ਵਧੀਆ ਕਹਿ ਰਹੇ ਨੇ ਬਾਬਾ ਫਰੀਦ ਜੀ। ਕਹਿੰਦੇ ਰੋਟੀ ਮੇਰੀ ਕਾਠ ਦੀ। ਕਾਠ ਹੁੰਦਾ ਲੱਕੜ। ਲੱਕੜ ਮਤਲਬ ਕਿ ਇੱਥੇ ਕੀ ਕਹਿੰਦਾ ਜ਼ਿਕਰ ਕਰ ਰਹੇ ਨੇ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ। ਕਿ ਮੈਨੂੰ ਰੁੱਖੀ ਸੁੱਖੀ ਮਿਲਣ ਵਾਲੀ ਜੋ ਲੱਕੜ ਵਰਗੀ ਰੋਟੀ ਹੈ ਉਹਦੇ ਨਾਲ ਵੀ ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ, ਉਹਦੇ ਨਾਲ ਵੀ ਇਨਸਾਨ ਦੀ ਭੁੱਖ ਉਤਰ ਸਕਦੀ ਹੈ। ਜਿੰਨਾ ਖਾਦੀ ਚੋਪੜੀ, ਪਰੰਤੂ ਇਹਦੇ ਉਲਟ ਜਿਹੜੇ ਇਨਸਾਨ ਚੋਪੜੀਆਂ ਖਾਂਦੇ ਹਨ, ਚੋਪੜੀਆਂ ਖਾਣ ਤੋਂ ਭਾਵ ਕਿ ਦੂਸਰੇ ਦਾ ਹੱਕ ਮਾਰ ਕੇ ਖਾਂਦੇ ਹਨ, ਘਣੇ ਸਹਿਣਗੇ ਦੁੱਖ। ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਸੋ ਦੂਸਰੇ ਦੇ ਬੇਗਾਨੇ ਹੱਕ ਨੂੰ ਮਾਰ ਕੇ ਕਮਾਈ ਹੋਈ ਚੋਪੜੀ ਨਾਲੋਂ ਆਪਣੇ ਹੱਥਾਂ ਨਾਲ ਕਮਾਈ ਹੋਈ ਰੁੱਖੀ ਮਿੱਸੀ ਵੀ
ਲਾਸਾਨੀ ਹੈ, ਉਹਦਾ ਹੋਰ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬਾਬਾ ਫਰੀਦ ਜੀ ਬਹੁਤ ਵਧੀਆ ਵਿਚਾਰ ਪੇਸ਼ ਕਰ ਰਹੇ ਨੇ। ਕਹਿੰਦੇ ਜਿੰਨੀ ਕਮੀ ਨਾ ਹੀ ਗੁਣ, ਜਿੰਨੀ ਕਮੀ ਨਾ ਹੀ ਗੁਣ ਤੇ ਕਮੜੇ ਵਿਸਾਰ, ਜਿੰਨੀ ਕਮੀ ਨਾ ਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਹੋਈਏ ਸਾਈਂ ਦੇ ਦਰਬਾਰ। ਦੇਖੋ ਕਿੰਨਾ ਵਧੀਆ ਕਹਿ ਰਹੇ ਹੈ, ਜਿੰਨੀ ਕਮੀ ਨਾ ਹੀ ਗੁਣ। ਬਾਬਾ ਫਰੀਦ ਜੀ ਕਹਿੰਦੇ ਕਿ ਹੇ ਮਨੁੱਖ, ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ, ਜਿੰਨੀ ਕਮੀ ਨਾ ਹੀ ਗੁਣ, ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ ਤੇ ਕਮੜੇ ਵਿਸਾਰ, ਤੂੰ ਉਹ ਕੰਮਾਂ ਨੂੰ ਭੁੱਲ ਜਾ, ਤਿਆਗ ਦੇ, ਛੱਡ ਦੇ। ਮਤ ਸ਼ਰਮਿੰਦਾ ਥੀਵੀਏ ਸਾਈਂ ਦੇ ਦਰਬਾਰ। ਕਿਤੇ ਅਜਿਹਾ ਨਾ ਹੋਵੇ ਕਿ ਜਦੋਂ ਤੇਰੀ ਪਰਮਾਤਮਾ ਦੀ ਦਰਗਾਹ ਵਿੱਚ ਪੇਸ਼ੀ ਪਵੇ ਤੈਨੂੰ ਪਰਮਾਤਮਾ ਦੇ ਅੱਗੇ ਸ਼ਰਮਿੰਦਾ ਹੋਣਾ ਪਵੇ। ਇਸ ਕਰਕੇ ਹੇ ਮਨੁੱਖ, ਚੰਗੇ ਗੁਣਾਂ ਦਾ ਧਾਰਨੀ ਬਣ ਤੇ ਮਾੜੇ ਕੰਮਾਂ ਨੂੰ ਤਿਆਗ ਦੇ। ਜਿੰਨੀ ਕਮੀ ਨਾ ਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੀਏ ਸਾਈਂ ਦੇ ਦਰਬਾਰ। ਸੋ ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ, ਫਰੀਦ ਜੀ ਕਹਿੰਦੇ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ, ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਦੇਖੋ ਕਿੰਨਾ ਜ਼ਬਰਦਸਤ, ਕਿੰਨੇ ਗਹਿਰਾਈਆਂ ਵਿੱਚ ਗਏ ਹੈ, ਕਿਉਂਕਿ ਸੂਫੀ ਸੰਤ ਫਕੀਰਾਂ ਦਾ ਪਹਿਰਾਵਾ ਸੀ ਜਿਹੜਾ ਉੱਨ ਦੇ, ਸੱਪ ਦੇ, ਸੁੱਫ ਦੇ ਕਾਲੇ ਕੱਪੜੇ ਪਾਉਂਦੇ ਸਨ। ਪਰੰਤੂ ਬਾਹਰੀ ਪਹਿਰਾਵੇ ਵੱਲ ਕਟਾਕਸ਼ ਕਰਦੇ ਹੋਏ ਬਾਬਾ ਫਰੀਦ ਜੀ ਕਹਿ ਰਹੇ ਨੇ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਕਾਲੇ ਮੈਂਡੇ, ਮੈਂਡੇ ਮਤਲਬ ਕਿ ਮੇਰੇ ਕੱਪੜੇ ਕਾਲੇ ਹਨ, ਮੇਰਾ ਪਹਿਰਾਵਾ ਪੂਰਾ ਕਾਲਾ ਹੈ। ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਾਹ ਹੀ ਭਰਿਆ ਮੈਂ ਫਿਰਾਂ, ਮੈਂ ਗੁਨਾਹਾਂ ਨਾਲ ਭਰਿਆ ਹੋਇਆ ਹਾਂ, ਮਾੜੇ ਕੰਮਾਂ ਦੇ ਨਾਲ ਮੈਂ ਭਰਿਆ ਪਿਆ ਹਾਂ, ਪਰੰਤੂ ਮੇਰੇ ਬਾਹਰੀ ਪਹਿਰਾਵੇ ਨੂੰ ਦੇਖ ਕੇ ਲੋਕੀ ਮੈਨੂੰ ਦਰਵੇਸ਼ ਦਾ ਦਰਜਾ ਦੇ ਰਹੇ ਹਨ। ਕੀ ਸਿੱਖਿਆ ਤੋਂ ਮਿਲਦੀ ਹੈ ਕਿ ਇਨਸਾਨ ਨੂੰ ਬਾਹਰੀ ਪਹਿਰਾਵੇ ਨਾਲ ਨਹੀਂ ਬਲਕਿ ਇਨਸਾਨ ਦੇ ਅੰਦਰੂਨੀ ਗੁਣਾਂ ਵੱਲ ਝਾਤੀ ਮਾਰਨੀ ਚਾਹੀਦੀ ਹੈ। ਇਹ ਸਿੱਖਿਆ ਬਾਬਾ ਫਰੀਦ ਜੀ ਦਿੰਦੇ ਹੋਏ ਕਹਿ ਰਹੇ ਨੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਸੋ ਇਹਦੇ ਨਾਲ ਹੀ ਅਗਲਾ ਸ਼ਲੋਕ ਪੇਸ਼ ਕਰਨ ਜਾ ਰਹੇ ਹਾਂ। ਅਗਲੇ ਸ਼ਲੋਕ ਵਿੱਚ ਬਾਬਾ ਫਰੀਦ ਜੀ ਕਹਿ ਰਹੇ ਨੇ ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਦੇਖੋ ਕਿੰਨਾ ਵਧੀਆ ਪੇਸ਼ ਕਰ ਰਹੇ ਨੇ, ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਹੇ ਮਨੁੱਖ ਜੋ ਤੇਰਾ ਬੁਰਾ ਕਰਦਾ ਹੈ, ਜੋ ਤੇਰੇ ਬਾਰੇ ਮਾੜੇ ਵਿਚਾਰ ਰੱਖਦਾ ਹੈ, ਤੂੰ ਉਹਦਾ ਵੀ ਭਲਾ ਕਰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਆਪਣੇ ਮਨ ਦੇ ਵਿੱਚ ਕਿਸੇ ਪ੍ਰਤੀ ਗੁੱਸਾ ਨਾ ਲੈ ਕੇ ਆ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਅਜਿਹਾ ਕਰਨ ਨਾਲ ਤੇਰੀ ਦੇਹ ਨੂੰ, ਤੇਰੇ ਸਰੀਰ ਨੂੰ ਕਿਸੇ ਕਿਸਮ ਦਾ ਰੋਗ ਨਹੀਂ ਲੱਗੇਗਾ। ਕਿਉਂਕਿ ਇਹ ਗੱਲ ਨੂੰ ਵਿਗਿਆਨ ਵੀ ਮੰਨਦੀ ਹੈ, ਡਾਕਟਰ ਵੀ ਮੰਨਦੇ ਨੇ ਕਿ ਜੇ ਇਨਸਾਨ ਮਨ ਦੇ ਵਿੱਚ ਗੁੱਸਾ ਲਿਆਂਦਾ ਹੈ ਤਾਂ ਉਹਦਾ ਸੁਭਾਅ ਚਿੜਚਿੜਾ ਬਣ ਜਾਂਦਾ ਹੈ, ਤਾਂ ਉਹਦੇ ਮਨ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਆ ਕੇ, ਕਈ ਕਿਸਮ ਦੇ ਰੋਗ ਆ ਕੇ ਉਹਨੂੰ ਘੇਰ ਲੈਂਦੇ ਆ। ਪਰੰਤੂ ਦੇਖੋ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਬਾਬਾ ਫਰੀਦ ਜੀ ਨੇ ਆਪਣੇ ਵਿਚਾਰਾਂ ਦੇ ਰਾਹੀਂ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਹੇ ਮਨੁੱਖ ਤੂੰ ਉਸ ਵਿਅਕਤੀ ਦਾ ਵੀ ਭਲਾ ਕਰ ਜਿਹੜਾ ਤੇਰਾ ਬੁਰਾ ਕਰਦਾ ਹੈ। ਗੁੱਸਾ ਮਨ ਨਾ ਹੰਡਾਏ, ਆਪਣੇ ਮਨ ਦੇ ਵਿੱਚ ਰਤਾ ਵੀ ਗੁੱਸਾ ਲੈ ਕੇ ਨਾ, ਦੇਹੀ ਰੋਗ ਨਾ ਲੱਗਈ। ਅਜਿਹਾ ਕਰਨ ਨਾਲ ਤੇਰੇ ਦੇਹ ਨੂੰ, ਤੇਰੇ ਸਰੀਰ ਨੂੰ, ਤੇਰੇ ਮਨ ਨੂੰ ਕਿਸੇ ਕਿਸਮ ਦਾ ਰੋਗ ਨਹੀਂ ਲੱਗੇਗਾ, ਪੱਲੇ ਸਭ ਕੁਝ ਪਾਏ। ਤੇ ਅਜਿਹਾ ਕਰਨ ਦੇ ਨਾਲ ਸਾਰੇ ਪਦਾਰਥ ਤੇਰੇ ਪੱਲੇ ਪੈ ਜਾਣਗੇ, ਤੈਨੂੰ ਦੁਨੀਆ ਦੀ ਸਮਝ ਆ ਜਾਵੇਗੀ। ਇਹਦੇ ਨਾਲ ਹੀ ਅਗਲਾ ਸ਼ਲੋਕ ਹੈ, ਬਹੁਤ ਹੀ ਵਧੀਆ ਸ਼ਲੋਕ ਦੇ ਰਹੇ ਨੇ ਬਾਬਾ ਫਰੀਦ ਜੀ। फरीदा मैं जानिया दुख मुझको, मैं जानिया दुख मुझको, दुख सबाया जग, उच्चा चढ़ के देखिया घर घर एहा अग। देखो कितना वधिया समझाउण दा यतन किया, क्योंकि ये नहीं कि अजकल शुरू तो ही हर एक इंसान यही सोचता है कि मैं ही दुखी हाँ, मैं ही दुखी हाँ, सब तो वध संसार दे विच मैनू ही दुख ने।
ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਫਰੀਦ ਜੀ ਕਹਿ ਰਹੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਜਾਣਿਆ, ਮੈਂ ਸਮਝਦਾ ਸੀ, ਮੇਰੇ ਮਨ ਦੇ ਵਿੱਚ ਇਹ ਵਿਚਾਰ ਸਨ ਦੁੱਖ ਮੁਝ ਕੋ, ਕਿ ਸੰਸਾਰ ਵਿੱਚ ਸਾਰੇ ਦੁੱਖ ਮੈਨੂੰ ਹੀ ਮਿਲੇ ਹੋਏ ਨੇ, ਦੁੱਖ ਸਵਾਇਆ ਜੱਗ, ਸਾਰੇ ਸੰਸਾਰ ਦੇ ਦੁੱਖ ਮੈਨੂੰ ਹੀ ਮਿਲੇ ਹੋਏ ਨੇ। ਉੱਚਾ ਚੜ ਕੇ ਦੇਖਿਆ, ਪਰੰਤੂ ਜਦੋਂ ਮੈਂ ਆਪਣੇ ਤੋਂ ਉੱਪਰ ਉੱਠ ਕੇ ਦੇਖਿਆ, ਕਹਿਣ ਤੋਂ ਭਾਵ ਆਪਣੇ ਆਪ ਨੂੰ ਛੱਡ ਕੇ ਦੂਸਰਿਆਂ ਵੱਲ ਝਾਤੀ ਮਾਰੀ, ਤਾਂ ਮੈਨੂੰ ਇਹ ਅਹਿਸਾਸ ਹੋਇਆ ਘਰ ਘਰ ਇਹ ਅੱਗ, ਕਿ ਇਹ ਦੁੱਖਾਂ ਦੀ ਅੱਗ ਤਾਂ ਹਰ ਇੱਕ ਘਰ ਦੇ ਵਿੱਚ ਹੀ ਹੈ। ਇਸ ਸੰਸਾਰ ਵਿੱਚ ਆਉਣ ਵਾਲਾ ਵਿਅਕਤੀ ਕੋਈ ਵੀ ਹੈ ਉਹ ਦੁੱਖਾਂ ਤੋਂ ਬਿਨਾ ਨਹੀਂ। ਇੱਥੋਂ ਤੱਕ ਕਿ ਪਰਮਾਤਮਾ ਨੇ ਰਿਸ਼ੀ ਮੁਨੀ ਅਵਤਾਰ ਵੀ ਇਸ ਧਰਤੀ ਤੇ ਭੇਜੇ ਨੇ, ਉਹਨਾਂ ਨੂੰ ਵੀ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਸੋ ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚਾ ਚੜ ਕੇ ਦੇਖਿਆ ਘਰ ਘਰ ਇਹ ਅੱਗ। ਇੱਥੇ ਉੱਚਾ ਤੋਂ ਭਾਵ ਇਹ ਨਹੀਂ ਵੀ ਕਿਤੇ ਕੋਠੇ ਤੇ ਚੜ ਕੇ ਦੇਖਿਆ ਜਾਂ ਹੋਰ ਕਿਸੇ ਉੱਚੇ ਸਥਾਨ ਤੇ ਚੜ ਕੇ ਦੇਖਿਆ। ਉੱਚਾ ਤੋਂ ਭਾਵ ਹੈ ਕਿ ਆਪਣੇ ਆਪ ਤੋਂ ਅਸੀਂ ਉੱਚਾ ਹੋ ਕੇ ਦੇਖਿਆ, ਆਪਣੇ ਆਪ ਨੂੰ ਛੱਡ ਕੇ ਦੂਜਿਆਂ ਦੇ ਵੱਲ ਝਾਤੀ ਮਾਰੀ ਕਿ ਦੂਸਰਾ ਇਨਸਾਨ ਕਿਹੋ ਜਿਹੀ ਜ਼ਿੰਦਗੀ ਭੋਗ ਰਿਹਾ ਹੈ। ਤੇ ਜਦੋਂ ਮੈਂ ਆਪਣੇ ਆਪ ਤੋਂ ਆਪਣੇ ਹਉਮੈ ਨੂੰ, ਆਪਣੇ ਹੰਕਾਰ ਨੂੰ ਤਿਆਗ ਕੇ ਦੂਸਰਿਆਂ ਵੱਲ ਨਜ਼ਰ ਮਾਰੀ, ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਦੁਨੀਆ ਵਿੱਚ ਦੁੱਖ ਤਾਂ ਹਰ ਇੱਕ ਨੂੰ ਹੀ ਹੈ, ਹਰ ਇੱਕ ਘਰ ਘਰ ਦੇ ਵਿੱਚ ਦੁੱਖ ਰੂਪੀ ਅੱਗ ਲੱਗੀ ਹੋਈ ਹੈ। ਸੋ ਅੱਗੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ, ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋੜਨ ਪਾਸ। ਦੇਖੋ ਕਿੰਨਾ ਵਧੀਆ ਦੱਸਿਆ ਹੈ। ਜਿਹੜੇ ਜੰਗਲਾਂ ਦੇ ਜੀਵ ਪੰਛੀ ਨੇ ਉਹ ਵੀ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਏ ਹੋਏ ਨੇ, ਪਰਮਾਤਮਾ ਦੇ ਨਾਮ ਦਾ ਸ਼ੁਕਰਾਨਾ ਲੈਂਦੇ ਨੇ। ਪਰੰਤੂ ਅਸੀਂ ਮਨੁੱਖਾ ਜੀਵਨ ਜੋ ਕਿ ਪਰਮਾਤਮਾ ਦੇ ਨਾਮ ਲੈਣ ਦੇ ਲਈ ਮਿਲਿਆ, ਅਸੀਂ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਹੋਰ ਹੀ ਰੰਗ ਰਲੀਆਂ ਮਨਾਈ ਜਾਂਦੇ ਹਾਂ, ਪਰਮਾਤਮਾ ਨੂੰ ਕਦੀ ਆਪਣੇ ਮਨ ਦੇ ਨੇੜੇ ਮਹਿਸੂਸ ਹੀ ਨਹੀਂ ਕੀਤਾ। ਪਰੰਤੂ ਬਾਬਾ ਫਰੀਦ ਜੀ ਕਹਿੰਦੇ ਕਿ ਸਾਡੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ। ਸਲੋਕ ਨੂੰ ਜਰਾ ਧਿਆਨ ਦੇ ਨਾਲ ਦੇਖੀਏ। ਕਹਿੰਦੇ, ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਹਉ ਮੈਨੇ ਮੈਂ, ਬਲਿਹਾਰੇ ਜਾਂਦਾ ਹਾਂ। ਫਰੀਦ ਜੀ ਕਹਿੰਦੇ ਕਿ ਹੇ ਮਨੁੱਖ, ਮੈਂ ਉਹਨਾਂ ਪੰਖੀਆਂ ਤੋਂ, ਪੰਖੀ ਭਾਵ ਪੰਛੀਆਂ ਤੋਂ ਬਲਿਹਾਰੇ ਜਾਂਦਾ ਹਾਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਜੰਗਲ ਜਿੰਨਾ ਵਾਸ, ਜਿਹੜੇ ਭਾਵੇਂ ਜੰਗਲਾਂ ਵਿੱਚ ਰਹਿੰਦੇ। ਕੱਕਰ ਚੁਗਣ ਥਲ ਵਸਣ, ਕੱਕਰ ਮਤਲਬ ਕਿ ਕੰਕਰ ਚੁਗਦੇ ਨੇ, ਥਲ ਵਿੱਚ ਧਰਤੀ ਤੇ ਵਸਦੇ ਨੇ। ਕੰਕਰ ਚੁਗਣ ਲੱਗਿਆ 100 ਵਾਰ ਪਰਮਾਤਮਾ ਨੂੰ ਸਜਦਾ ਕਰਦੇ ਨੇ, ਪਰਮਾਤਮਾ ਦਾ ਨਾਮ ਲੈਂਦੇ ਨੇ। ਕੱਕਰ ਚੁਗਣ ਥਲ ਵਸਣ, ਕੰਕਰ ਚੁਗਦੇ ਨੇ, ਥਲ ਦੇ ਉੱਤੇ, ਧਰਤੀ ਦੇ ਉੱਤੇ ਰਹਿੰਦੇ ਨੇ, ਪਰੰਤੂ ਰੱਬ ਨਾ ਛੋੜਨ ਪਾਸ, ਪਰਮਾਤਮਾ ਨੂੰ ਕਦੀ ਵੀ ਛੱਡਦੇ ਨਹੀਂ, ਉਹਨੂੰ ਹਮੇਸ਼ਾ ਆਪਣੇ ਕੋਲ ਹੀ ਮਹਿਸੂਸ ਕਰਦੇ ਨੇ, ਉਹਦਾ ਨਾਮ ਹਮੇਸ਼ਾ ਲੈਂਦੇ ਨੇ। 100 ਵਾਰ ਪਰਮਾਤਮਾ ਦਾ ਸਜਦਾ ਕਰਦੇ ਨੇ, ਇੱਕ ਦਾਣਾ ਚੁਗਣ ਲੱਗਿਆ ਵੀ। ਲੋ ਜੀ, ਇੱਕ ਹੋਰ ਸਲੋਕ ਬਾਬਾ ਫਰੀਦ ਜੀ ਦਾ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ। ਇਹ ਸਲੋਕ ਵੀ ਬਹੁਤ ਹੀ ਵਧੀਆ ਹੈ, ਬਹੁਤ ਵਧੀਆ ਪੇਸ਼ ਕੀਤਾ ਹੋਇਆ ਬਾਬਾ ਫਰੀਦ ਜੀ ਨੇ। ਜਿੱਦਾਂ ਕਿ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਵੀ ਬਾਬਾ ਫਰੀਦ ਜੀ ਇੱਕ ਉੱਚ ਕੋਟੀ ਦੇ ਵਿਦਵਾਨ ਸਨ, ਸੂਫੀ ਕਾਵਧਾਰਾ ਦੇ ਮੋਢੀ ਸਨ। ਉਹਨਾਂ ਦੀ ਵਿਚਾਰਧਾਰਾ ਦੂਸਰਿਆਂ ਦੀ ਵਿਚਾਰਧਾਰਾ ਤੋਂ ਅਲੱਗ ਹੈ। ਕਿਉਂ ਅਲੱਗ ਹੈ? ਕਿਉਂਕਿ ਉਹਨਾਂ ਨੇ ਇੱਕ ਪਰਮਾਤਮਾ ਦੀ ਭਗਤੀ ਨੂੰ ਪਹਿਲ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਦੇ ਸਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਨ ਦਿੱਤਾ ਗਿਆ ਹੈ। ਬੜਾ ਸਨਮਾਨ ਦੇ ਨਾਲ ਉਹਨਾਂ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹਾਂ, ਕਿਉਂਕਿ ਉਹਨਾਂ ਦੇ ਇਕੱਲੇ ਸਲੋਕ ਦੇ ਵਿੱਚੋਂ ਪਰਮਾਤਮਾ ਦੀ ਭਗਤੀ ਵਾਲੇ ਪਾਸੇ, ਨਿਰਮਾਨਤਾ ਭਰਿਆ ਜੀਵਨ ਬਤੀਤ ਕਰਨ ਬਾਰੇ, ਦੁਨਿਆਵੀ ਕਰਮ ਕਾਂਡਾਂ ਨੂੰ ਤਿਆਗਣ ਬਾਰੇ ਵਿਚਾਰ ਪੇਸ਼ ਕੀਤੇ ਹੋਏ ਨੇ। ਸੋ ਇਹੋ ਜਿਹਾ ਹੀ ਹੁਣ ਇੱਕ ਹੋਰ ਸਲੋਕ ਬਾਬਾ ਫਰੀਦ ਜੀ ਪੇਸ਼ ਕਰ ਰਹੇ ਨੇ। ਕਹਿੰਦੇ, ਇੱਕ ਫਿੱਕਾ ਨਾ ਗਲਾਏ, ਇੱਕ ਫਿੱਕਾ ਨਾ ਗਲਾਏ ਸਭਨਾ ਮੇਂ ਸੱਚਾ ਧਨੀ, ਇੱਕ ਫਿੱਕਾ ਨਾ ਗਲਾਏ ਸਭਨਾ ਮੇਂ ਸੱਚਾ ਧਨੀ, ਹਿਆਉ ਨਾ ਕਹਿ ਠਾਏ ਮਾਨਕ ਸਭ ਅਮੋਲਵੇਂ। ਦੇਖੋ ਕਿੰਨਾ ਵਧੀਆ ਬਾਬਾ ਫਰੀਦ ਜੀ ਦੱਸ ਰਹੇ ਨੇ ਲੋਕਾਂ ਨੂੰ। ਇੱਕ ਫਿੱਕਾ ਨਾ ਗਲਾਏ, ਗਲਾਏ ਮਤਲਬ ਕਿ ਗੱਲ ਕਰ। ਕਹਿੰਦੇ, ਹੇ ਮਨੁੱਖ, ਤੂੰ ਕਿਸੇ ਨਾਲ ਵੀ, ਕਿਸੇ ਨਾਲ ਵੀ ਫਿੱਕਾ ਮਾੜੇ ਬੋਲ ਨਾ ਬੋਲ। ਗਲਾਏ ਗੱਲ ਕਰ, ਬੋਲ। ਇੱਕ ਫਿੱਕਾ ਨਾ ਗਲਾਏ। ਹੇ ਮਨੁੱਖ, ਤੂੰ ਕਿਸੇ ਨਾਲ ਵੀ ਮਾੜੇ ਬੋਲ ਨਾ, ਕਿਉਂਕਿ ਸਭਨਾ ਮੇਂ ਸੱਚਾ ਧਨੀ,
क्योंकि सारे लोकां दे विच, सारे जीव जंतुआं दे विच वो सच्चा धनी भाव कि परमात्मा आप निवास करता है। एक फिक्का ना गलाए सबना में सच्चा धनी। हे मनुख तू किसे नाल भी माड़े बोल ना बोल, क्योंकि सारे मना दे विच वो परमात्मा निवास करता है, वो सच्चा धनी निवास करता है। हियाओ ना कहे ठाए मानक सब अमोल्य में। हियाओ, हियाओ मैंने दिल ना किसे दा भी नहीं, ना किसे ठाए। ठाए मतलब कि तोड़। कहते हे मनुख किसे दे मन नूं भी ढा ना लगा, तू किसे दे मन नूं भी तोड़ ना, तू किसे नूं भी नाराज ना कर, क्योंकि मानक सब अमोल्य वे। क्योंकि सारियां दे मन अजिहे मोती दे बराबर हन जेड़े कि अमुल्यवे हन, जिन्हां दा कोई मुल लगाया ही नहीं जा सकता। एक फिक्का ना गलाए सबना में सच्चा धनी। हियाओ ना कहे ठाए मानक सब अमुल्यवे। हे मनुख तू किसे नाल भी फिक्के बोल ना बोल, किसे नाल भी माड़े बोल ना बोल, क्योंकि सारियां दे मनां दे विच ओ सच्चा धनी, ओ सच्चा परमात्मा, सच्चा वाहिगुरु, सच्चा अल्लाह आप वसदा है। हियाओ ना कहे ठाए तू किसे दे भी दिल नूं ढा ना ला, किसे दे भी दिल नूं तोड़ ना। मानक सब अमुल्यवे, क्योंकि सारियां दे मन ने जेड़े अमुल्यवे ने, वो सुच्चे मोती दे समान ने, जिन्हां दा कोई मुल लगा ही नहीं सकदा। सो प्यारे दर्शकों, बाबा फरीद जी दे कुछ श्लोक असीं तुहाडे सामने पेश कीते ने। अपने वालों यतन किया है कि बाबा फरीद जी दे श्लोकां दी व्याख्या करन दा, परंतु ये नाचीज जे किसी भी किस्म की व्याख्या करन दे विच कोई गलती कर गया होवे, जे मेरे कोलों उस महान शख्सियत की सिफत सलाह कर लग्या थोड़ी जी भी भुल हो गई होवे तां खिमा दा जाचेगा, क्योंकि कोई भी इंसान इस धरती के उत्ते परफेक्ट नहीं हैगा सिवाय उस परमात्मा तो, क्योंकि वो परमात्मा तो सर्व व्यापक है, सर्व रूप है, वो हर एक कण कण तो जानू है। जे मैं व्याख्या करन दे दौरान मेरे तो जाने अनजाने विच कोई शब्द की भुल चुक दे नाल, गलती दे नाल कोई गलत व्याख्या हो गई होवे तां खिमा करना, क्योंकि उस महापुरखों की वडियाई करन दे असी लायक नहीं, पर फिर भी असी कोशिश करते हैं ताकि असी सारी लोकाई नूं वो महापुरख, वो सूफी संत जिन्हां ने दुनिया नूं एक सेध दिती, एक रस्ता दिखाया, ताकि इंसान उस रस्ते दे उत्ते चलदा होया परमात्मा का नाम सिमरन करे, ते परमात्मा का नाम सिमरन करदा होया अपनी जिंदगी दे पंध नूं, अपनी जिंदगी दे सफ़र नूं सुहावना बनाए, परमात्मा का नाम लवे ते परमात्मा तक पहुँचे। सो असी एक छोटा जिहा उपराला किया है। जेकर किसी भी किस्म की, मैं फिर दोबारा बयान कर रहा कि जेकर किसी भी किस्म की कोई गलती हो गई होवे तां खिमा कर।